ਵਿਚਾਰ ਆਪ ਸਰਵਣ ਕਰ ਰਹੇ ਹੋ, ਉੱਥੇ ਨਾਲ ਹੀ ਅੱਜ ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ, ਜਿਨ੍ਹਾਂ ਦਾ ਅੱਜ ਪਾਵਨ ਜਨਮ ਦਿਹਾੜਾ ਵੀ ਹੈ। ਆਓ ਇੱਕ ਸਰਸਰੀ ਜੀ ਨਜ਼ਰ ਉਹਨਾਂ ਦੇ ਪਾਵਨ ਜੀਵਨ ਦੇ ਉੱਤੇ ਮਾਰ ਕੇ ਫਿਰ ਆਪਾਂ ਬਾਬਾ ਫਰੀਦ ਸਾਹਿਬ ਜੀ ਦਾ ਇਹ ਅਮੋਲਕ ਬਚਨ ਫਰੀਦਾ ਇੱਟ ਸਿਰਾਣੇ ਹੋਏ ਸਵਨ ਕੀੜਾ ਲੜਿਓ ਮਾਸ, ਕਿਤੜਿਆਂ ਜੁਗ ਵਾਪਰੇ ਇਕਤ ਪਿਆ ਪਾਸ। ਇਹਨਾਂ ਪਾਵਨ ਬਚਨਾਂ ਨੂੰ ਆਪਾਂ ਰਲ ਮਿਲ ਕੇ ਸਾਂਝਾ ਕਰਨਾ ਹੈ। ਧੰਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸਤਿਗੁਰਾਂ ਦੇ 4 ਸਾਹਿਬਜ਼ਾਦੇ, ਜਿਨ੍ਹਾਂ ਵਿੱਚੋਂ ਸਭ ਤੋਂ ਵੱਡੇ ਨੇ ਧੰਨ ਧੰਨ ਬਾਬਾ ਅਜੀਤ ਸਿੰਘ ਜੀ। ਬਾਬਾ ਅਜੀਤ ਸਿੰਘ ਜੀ ਦਾ ਜਦੋਂ ਜੀਵਨ ਪੜ੍ਹਦੇ ਹਾਂ, ਬਹੁਤ ਜ਼ਿਆਦਾ ਵਰਣਨ ਬਾਬਾ ਅਜੀਤ ਸਿੰਘ ਜੀ ਦੇ ਜੀਵਨ ਦਾ ਸਾਨੂੰ ਇਤਿਹਾਸ ਵਿੱਚੋਂ ਨਹੀਂ ਮਿਲਦਾ, ਪਰ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ, ਕਿਉਂਕਿ ਮਾਤਰ ਸਿਰਫ 17 ਸਾਲ ਦੀ ਉਮਰ ਸੀ ਉਹਨਾਂ ਦੀ ਜਦੋਂ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਉਹਨਾਂ ਨੇ ਸ਼ਹੀਦੀ ਜਾਮ ਪੀਤਾ, ਭਾਵ ਜਦੋਂ ਉਹਨਾਂ ਦੀ ਸ਼ਹਾਦਤ ਹੋਈ ਸੰਨ 1687 ਈਸਵੀ ਦੇ ਅੰਦਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਅਤੇ ਧੰਨ ਧੰਨ ਮਾਤਾ ਸੁੰਦਰ ਕੌਰ ਜੀ, ਤਿੰਨਾਂ ਦੀ ਕੁੱਖ ਤੋਂ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੁੰਦਾ ਹੈ। ਸਤਿਗੁਰਾਂ ਦੇ ਪਿਆਰੇ ਸਾਹਿਬਜ਼ਾਦੇ ਦਾ ਜਿਹੜਾ ਜਨਮ ਹੈ ਉਹ ਬਹੁਤੇ ਇਤਿਹਾਸਕਾਰ ਪਾਉਂਟਾ ਸਾਹਿਬ ਦਾ ਲਿਖਦੇ ਨੇ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਸਤਿਗੁਰ ਪਾਤਸ਼ਾਹ ਜੀ ਪਾਉਂਟੇ ਦੀ ਧਰਤੀ ਤੇ ਸਨ। ਇੱਥੇ ਹੀ ਜਿਸ ਵੇਲੇ ਸਤਿਗੁਰਾਂ ਦੀ ਪਹਿਲੀ ਜੰਗ ਪਹਾੜੀ ਰਾਜਿਆਂ ਦੇ ਨਾਲ ਹੁੰਦੀ ਹੈ, ਜਿਹਨੂੰ ਅਸੀਂ ਪੰਗਾਣੀ ਦਾ ਯੁੱਧ ਕਹਿੰਦੇ ਹਾਂ, ਉਸ ਪੰਗਾਣੀ ਦੇ ਯੁੱਧ ਵਿੱਚ ਜੋ ਪਹਾੜੀ ਰਾਜਿਆਂ ਵੱਲੋਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਉੱਪਰ ਕੀਤਾ ਜਾਂਦਾ ਹੈ, ਹਾਲਾਂਕਿ ਉਹਦੇ ਪਿੱਛੇ ਕਾਰਨ ਬਹੁਤ ਛੋਟੇ ਸਨ, ਕਿਉਂਕਿ ਜਿਹੜਾ ਇੱਕ ਰਾਜਾ ਹੁੰਦਾ ਹੈ, ਰਾਜਾ ਉਹ ਹਮੇਸ਼ਾ ਇਹ ਚਾਹੁੰਦਾ ਹੈ ਵੀ ਦੁਨੀਆ, ਲੋਕ, ਪ੍ਰਜਾ ਮੇਰੇ ਹੁਕਮ ਵਿੱਚ ਚੱਲੇ। ਤੇ ਉਸ ਸਮੇਂ ਦੇ ਅੰਦਰ ਵਰਨ ਵੰਡ ਦਾ ਤੇ ਸਾਡੇ ਸਮਾਜ ਵਿੱਚ ਬਹੁਤਾ ਬੋਲਬਾਲਾ ਵੀ ਸੀ। ਜਦੋਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਸਤਿਗੁਰਾਂ ਨੇ ਆਨੰਦਪੁਰ ਸ਼ਹਿਰ ਵਸਾਇਆ, ਕਿਉਂਕਿ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਹ ਸ਼ਹਿਰ, ਇਹਦੀ ਨੀਂਹ ਰੱਖ ਕੇ ਸ਼ਹਿਰ ਵਸਾਇਆ ਸੀ, ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇੱਥੇ ਗੁਰੂ ਪਿਤਾ ਦੇ ਸੀਸ ਦਾ ਸੰਸਕਾਰ ਕੀਤਾ ਸੀ, ਔਰ ਫਿਰ ਵੱਖੋ ਵੱਖਰੇ 5 ਕਿਲੇ ਇਸ ਆਨੰਦਗੜ੍ਹ ਦੇ ਕਿਲੇ ਦੇ ਨਾਲ ਤਿਆਰ ਕੀਤੇ ਸਨ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਇੱਕ ਰਾਜਿਆਂ ਦੀ ਤਰ੍ਹਾਂ ਜੀਂਦੇ ਵੇਖ ਕੇ ਪਹਾੜੀ ਰਾਜੇ ਅੰਦਰੋਂ ਕਦੇ ਵੀ ਖੁਸ਼ ਨਹੀਂ ਹੋਏ। ਸਤਿਗੁਰਾਂ ਦੀ ਬੜੀਆਂ ਕੀਮਤੀ ਭੇਟਾਵਾਂ ਜਿਹੜੀਆਂ ਨੇ ਉਹ ਸਮੇਂ ਅਨੁਸਾਰ ਲੋਕ ਲੈ ਕੇ ਆਉਂਦੇ ਸਨ, ਉਹਨਾਂ ਵਿੱਚੋਂ ਹੀ ਪ੍ਰਸ਼ਾਦੀ ਹਾਥੀ, ਜਿਹਦਾ ਬੜਾ ਪਿਆਰਾ ਜ਼ਿਕਰ ਮਿਲਦਾ ਇਤਿਹਾਸ ਵਿੱਚੋਂ, ਇਹ ਅਸਾਮ ਦੇ ਰਾਜੇ ਨੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਭੇਟ ਕੀਤਾ ਸੀ। ਚਿੱਟੇ ਰੰਗ ਦਾ ਇਹ ਹਾਥੀ ਸੀ,
ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਜਦੋਂ ਸੰਗਤ ਵਿੱਚ ਆ ਕੇ ਬਹਿੰਦੇ ਸਨ ਤੇ ਇਹ ਹਾਥੀ ਆਪਣੀ ਸੁੰਡ ਦੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੇ ਚਵਰ ਕਰਦਾ ਹੁੰਦਾ ਸੀ। ਹੋਰ ਵੀ ਇਹਦੀਆਂ ਬੜੀਆਂ ਖੂਬੀਆਂ ਸਨ। ਪਹਾੜੀ ਰਾਜਿਆਂ ਨੂੰ ਅੰਦਰੋਂ ਇਹ ਗੱਲਾਂ ਕਦੀ ਵੀ ਚੰਗੀਆਂ ਨਹੀਂ ਲੱਗੀਆਂ। ਇੱਥੋਂ ਤੱਕ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਉੱਪਰ ਉਹਨਾਂ ਨੇ ਜਿਹੜਾ ਪਹਿਲਾ ਹੱਲਾ ਕੀਤਾ ਸੀ ਭੰਗਾਣੀ ਦਾ ਯੁੱਧ, ਉਹ ਇਹਨਾਂ ਕਾਰਨਾਂ ਕਰਕੇ ਕੀਤਾ ਵੀ ਸਤਿਗੁਰਾਂ ਦੀ ਸ਼ੋਭਾ ਵਡਿਆਈ ਇਹਨਾਂ ਰਾਜਿਆਂ ਤੋਂ ਵੱਧ ਗਈ। ਲੋਕ ਹੁਣ ਆਪਣੇ ਫੈਸਲੇ ਕਰਵਾਉਣ ਦੇ ਲਈ ਰਾਜਿਆਂ ਕੋਲੋਂ ਨਹੀਂ ਜਾਂਦੇ ਸਨ, ਬਲਕਿ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਘਰ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਵਿੱਚ ਆਉਂਦੇ ਸਨ। ਐਸੀ ਵਡਿਆਈ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਚਾਰੇ ਪਾਸੇ ਇਹਨਾਂ ਨੇ ਵੇਖਿਆ ਤੇ ਸਤਿਗੁਰ ਪਾਤਸ਼ਾਹ ਜੀ ਨੂੰ ਕੁਝ ਛੋਟੇ ਮੋਟੇ ਕਾਰਨ ਬਣਾ ਕੇ ਸਤਿਗੁਰਾਂ ਦੇ ਉੱਪਰ ਇਹਨਾਂ ਨੇ ਪਹਿਲਾ ਹਮਲਾ ਕੀਤਾ 1687 ਦੇ ਅੰਦਰ ਜਨਵਰੀ ਦੇ ਮਹੀਨੇ ਵਿੱਚ। ਇਹ ਭੰਗਾਣੀ ਦਾ ਯੁੱਧ, ਕਿਉਂਕਿ ਬਾਬਾ ਅਜੀਤ ਸਿੰਘ ਜੀ ਦਾ ਜਿਹੜਾ ਜਨਮ ਰਹਿਤਨਾਮਿਆਂ ਦੇ ਵਿੱਚ ਜਿਹੜੀਆਂ ਤਰੀਕਾਂ ਸਾਨੂੰ ਮਿਲਦੀਆਂ ਨੇ ਉਹ ਤਕਰੀਬਨ 7 ਜਨਵਰੀ ਦੀ ਹੈ ਤੇ ਉਸ ਦਿਨ ਸਤਿਗੁਰ ਪਾਤਸ਼ਾਹ ਜੀ ਭੰਗਾਣੀ ਦੇ ਯੁੱਧ ਵਿੱਚ ਸਨ। ਇਹ ਸਾਰਾ ਦਿਨ ਯੁੱਧ ਚੱਲਿਆ ਸੀ ਤੇ ਇਸ ਯੁੱਧ ਵਿੱਚ ਇੱਕ ਪਾਸੇ ਪਹਾੜੀ ਰਾਜੇ 22 ਧਾਰ ਦੇ ਰਾਜੇ ਸਨ ਜਿਨ੍ਹਾਂ ਕੋਲੋਂ ਹਜ਼ਾਰਾਂ ਦੀ ਫੌਜ, ਤੇ ਦੂਜੇ ਪਾਸੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਿਨ੍ਹਾਂ ਦੀ ਪਹਿਲੀ ਜੰਗ ਸੀ, ਸਤਿਗੁਰਾਂ ਦੀ ਪਹਿਲੀ ਜੰਗ ਸੀ। 1666 ਦਾ ਸਤਿਗੁਰਾਂ ਦਾ ਜਨਮ ਹੈ ਤੇ 1697 ਦੇ ਅੰਦਰ ਇਹ 87 ਦੇ ਅੰਦਰ ਇਹ ਜੰਗ ਹੁੰਦੀ ਹੈ ਤੇ ਸਤਿਗੁਰਾਂ ਦੀ ਆਰਬਲਾ ਤਕਰੀਬਨ 21 ਸਾਲ ਦੀ ਹੈ। ਉਸ ਵਕਤ ਦੇ ਅੰਦਰ 21-22 ਸਾਲ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਤਿਗੁਰਾਂ ਦੇ ਕੋਲੋਂ ਸਿੱਖ ਜਿਹੜੇ ਨੇ ਉਹ ਕੋਈ ਫੌਜ ਨਹੀਂ ਹੈ ਜਿਹਨੂੰ ਸਤਿਗੁਰਾਂ ਨੇ ਬਕਾਇਦਾ ਭਰਤੀ ਕੀਤਾ ਹੋਵੇ। ਜਿਵੇਂ ਹਰ ਦੇਸ਼ ਦੀ ਆਪਣੀ ਕਾਰਮੀ ਹੁੰਦੀ ਹੈ, ਰਾਜਿਆਂ ਕੋਲ ਆਪਣੀਆਂ ਫੌਜਾਂ ਹੁੰਦੀਆਂ ਸਨ, ਬਕਾਇਦਾ ਉਹਨਾਂ ਦੀ ਟ੍ਰੇਨਿੰਗ ਹੁੰਦੀ ਸੀ, ਉਹਨਾਂ ਕੋਲੋਂ ਸ਼ਸਤਰ ਹੁੰਦੇ ਸਨ, ਬਸਤਰ ਹੁੰਦੇ ਸਨ, ਉਹਨਾਂ ਕੋਲੋਂ ਹੋਰ ਸਾਜੋ ਸਮਾਨ, ਮੈਦਾਨੇ ਜੰਗ ਵਿੱਚ ਜੂਝਣ ਦੀਆਂ ਤਰਤੀਬਾਂ, ਕਿਸ ਤਰ੍ਹਾਂ ਲੜਾਈ ਕਰਨੀ ਹੈ, ਕਿਹੜੇ ਕਿਹੜੇ ਢੰਗ ਨਾਲ ਲੜਨਾ ਹੈ। ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸਤਿਗੁਰਾਂ ਦੇ ਕੋਲੋਂ ਸਿਰਫ ਉਹ ਸਿੱਖ ਨੇ ਜਿਹੜੇ ਗੁਰੂ ਪਾਤਸ਼ਾਹ ਜੀ ਨਾਲ ਅੰਦਰੋਂ ਹਿਰਦੇ ਤੋਂ ਪਿਆਰ ਕਰਦੇ ਨੇ। ਔਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕੋਲੋਂ ਜਿਹੜੇ ਸਿੱਖ ਇਸ ਮੈਦਾਨੇ ਜੰਗ ਵਿੱਚ ਲੜੇ ਸਨ, ਧਿਆਨ ਦੇਣਾ ਕੋਈ ਐਸਾ ਸਿੱਖ ਨਹੀਂ ਸੀ ਜਿਹੜਾ ਗੁਰੂ ਕੋਲੋਂ ਤਨਖਾਹ ਲੈ ਕੇ ਲੜਿਆ ਹੋਵੇ। ਇਸ ਯੁੱਧ ਦੀ ਖਾਸੀਅਤ ਇਹ ਸੀ ਵੀ ਜਿਹਨੂੰ ਪਤਾ ਲੱਗਾ ਨਾ ਵੀ ਗੁਰੂ ਪਾਤਸ਼ਾਹ ਜੀ ਦਾ ਪਹਾੜੀ ਰਾਜਿਆਂ ਨਾਲ ਜੰਗ ਹੋਣ ਲੱਗਾ ਹੈ, ਉਹ ਜੇ ਕੋਈ ਹਲਵਾਈ ਸੀ ਤੇ ਉਹ ਹਲਵਾਈ ਦਾ ਕੰਮ ਕਰਨ ਵਾਲਾ ਉਹ ਆਪਣਾ ਬੇਲਚਾ ਹੀ ਚੁੱਕ ਕੇ ਆ ਗਿਆ ਮੈਦਾਨੇ ਜੰਗ ਵਿੱਚ। ਜੇ ਕੋਈ ਖੇਤੀਬਾੜੀ ਕਰਨ ਵਾਲਾ ਸੀ ਤੇ ਉਹ ਖੇਤੀਬਾੜੀ ਕਰਨ ਵਾਲਾ ਆਪਣੇ ਕੋਲੋਂ ਜਿਹੜਾ ਕੁਤਬਾ ਛੋਟਾ ਘਰ ਸੀ ਉਹ ਹੀ ਲੈ ਕੇ ਆ ਗਿਆ। ਔਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਰੇ ਦਿਨ ਇਹ ਜੰਗ ਲੜੀ। ਸ਼ਾਮ ਹੁੰਦਿਆਂ ਤੱਕ ਪਹਾੜੀ ਫੌਜਾਂ ਸਾਰੀਆਂ ਭੱਜ ਗਈਆਂ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਪਹਿਲੀ ਜੰਗ ਤੇ ਪਹਿਲੀ ਜੰਗ ਸਤਿਗੁਰੂ ਜੀ ਨੇ ਜਿੱਤੀ। ਜਦੋਂ ਇਹ ਜੰਗ ਸਤਿਗੁਰੂ ਜੀ ਜਿੱਤ ਗਏ ਸਨ, ਇਤਿਹਾਸ ਕਹਿੰਦਾ ਹੈ ਵੀ ਸਤਿਗੁਰਾਂ ਕੋਲ ਇੱਕ ਸਿੱਖ ਨੇ ਜਾ ਕੇ ਕਿਹਾ ਵੀ ਦਾਤਾਰ ਪਿਤਾ, ਪਰਮਾਤਮਾ ਨੇ ਕਿਰਪਾ ਕੀਤੀ ਹੈ, ਤੁਹਾਡੇ ਘਰ ਵਿੱਚ ਪੁੱਤਰ ਆਇਆ ਹੈ। ਜਦੋਂ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਗੱਲ ਸੁਣੀ ਤੇ ਸਤਿਗੁਰਾਂ ਨੇ ਘਰ ਪਹੁੰਚ ਕੇ ਆ ਕੇ ਤੇ ਉਸ ਬਾਲਕ ਦਾ ਨਾਮ ਰੱਖਿਆ। ਇਤਿਹਾਸ ਕਹਿੰਦਾ ਜਿਹੜੇ ਸਾਨੂੰ ਰਹਿਤਨਾਮੇ ਮਿਲਦੇ ਨੇ ਉਹਨਾਂ ਵਿੱਚ ਨਾਮ ਹੈ ਰਣਜੀਤ ਸਿੰਘ, ਪਰ ਆਮ ਪ੍ਰਚਲਿਤ ਜਿਹੜਾ ਨਾਮ ਹੈ ਉਹ ਹੈ ਅਜੀਤ ਸਿੰਘ, ਕਿਉਂਕਿ ਜਿੱਤ ਕੇ ਆਏ ਸਨ ਸਤਿਗੁਰਾਂ ਨੇ ਉਸ ਕਾਰਨ ਨਾਮ ਰੱਖਿਆ ਅਜੀਤ ਸਿੰਘ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦੇ ਨਾਮ ਵੀ ਇੱਕ ਬੜੀ ਵੱਡੀ ਪ੍ਰੇਰਨਾ ਹੈ। ਵੇਖੋ ਅੱਜ ਅਸੀਂ ਨਾਮ ਰੱਖਣਾ ਹੋਵੇ ਨਾ ਬੱਚਿਆਂ ਦਾ ਤੇ ਅਸੀਂ ਗੂਗਲ ਤੇ ਸਰਚ ਕਰਨੇ ਆ ਵੀ ਨਾਮ ਕਿਹੜਾ ਚੰਗਾ ਹੋਵੇ, ਤੇ ਨਾਮ ਪਤਾ ਕਿਹਦਾ ਲੱਭਣਿਆ,
ਕੋਈ ਅੰਗਰੇਜ਼ਾਂ ਦਾ ਨਾਮ ਹੋਵੇ ਸੋਹਣਾ ਜਿਹਾ, ਹੈਰੀ, ਗੈਰੀ, ਟੋਮੀ, ਇਹੋ ਜਿਹੇ ਨਾਮ ਲੱਭਣੇ ਆ ਵੀ ਜਿਹੜੇ ਸਮਾਜ ਵਿੱਚ ਔਰ ਉਹਨਾਂ ਦਾ ਕੋਈ ਅਰਥ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਫਰਜ਼ੰਦਾਂ ਦੇ ਨਾਮ ਵੇਖੋ ਕਿੰਨੇ ਪਿਆਰੇ ਨੇ। ਅਜੀਤ, ਜਿਹਨੂੰ ਜਿੱਤਿਆ ਨਾ ਜਾ ਸਕੇ, ਤੇ ਜਿੱਤਿਆ ਕਿਹਨੂੰ ਨਹੀਂ ਜਾ ਸਕਦਾ? ਜਿਹੜਾ ਜੁਝਾਰ ਹੋਏਗਾ। ਸਾਹਿਬਜ਼ਾਦਾ ਜੁਝਾਰ ਸਿੰਘ ਉਦੋਂ ਛੋਟੇ ਸਨ। ਕਿਹਨੂੰ ਨਹੀਂ ਜਿੱਤਿਆ ਜਾ ਸਕਦਾ? ਜਿਹੜਾ ਜੁਝਾਰ ਹੋਏਗਾ ਉਹਨੂੰ ਤੁਸੀਂ ਕਦੀ ਨਹੀਂ ਜਿੱਤ ਸਕਦੇ। ਤੇ ਜੁਝਾਰ ਕੌਣ ਹੋਏਗਾ? ਜਿਹਦੇ ਕੋਲ ਜ਼ੋਰ ਹੋਏਗਾ, ਜ਼ੋਰਾਵਰ, ਜ਼ੋਰਾਵਰ, ਜਿਹਦੇ ਕੋਲ ਜ਼ੋਰ ਹੋਏਗਾ ਉਹਨੂੰ ਕਦੀ ਨਹੀਂ ਜਿੱਤਿਆ ਜਾ ਸਕਦਾ। ਤੇ ਧਿਆਨ ਦੇਣਾ, ਜਿਹਨੂੰ ਜਿੱਤਿਆ ਨਹੀਂ ਜਾ ਸਕਦਾ, ਜਿਹਦੇ ਕੋਲ ਜ਼ੋਰ ਹੋਏਗਾ, ਧਿਆਨ ਦੇਣਾ ਫਿਰ ਉਹਦੀ ਫਤਿਹ ਵੀ ਹੁੰਦੀ ਹੋਏਗੀ। ਨਾਮ ਵੇਖੋ ਸਤਿਗੁਰਾਂ ਨੇ ਕਿੰਨੇ ਪਿਆਰੇ ਰੱਖੇ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ। ਔਰ ਖਿਆਲ ਕਰਨਾ, ਨਾਮ ਹੀ ਨਹੀਂ, ਸਾਹਿਬਜ਼ਾਦਿਆਂ ਦਾ ਜੀਵਨ ਪੜ੍ਹੋ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵੀ ਰਣ ਭੂਮੀ ਵਿੱਚ ਹੀ ਹੁੰਦੀ ਹੈ। ਇਹ ਵੀ ਕਿੰਨਾ ਇਤਫਾਕ ਹੈ ਨਾ, ਨਾਮ ਵੀ ਉਹੋ ਜਿਹੇ ਤੇ ਉਹਨਾਂ ਦੀ ਸ਼ਹਾਦਤ ਵੀ ਰਣ ਭੂਮੀ ਦੇ ਅੰਦਰ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਉਹਨਾਂ ਦੀ ਆਮਦ ਹੋਈ, ਸਤਿਗੁਰਾਂ ਨੇ ਨਾਮ ਰੱਖਿਆ ਰਣਜੀਤ ਭਾਵ ਅਜੀਤ ਸਿੰਘ। ਬਾਅਦ ਵਿੱਚ ਨਾਮ ਪ੍ਰਚਲਿਤ ਅਜੀਤ ਹੀ ਹੋਇਆ, ਸਾਹਿਬਜ਼ਾਦਾ ਅਜੀਤ ਸਿੰਘ। ਜਿਸ ਵਕਤ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਆਰਬਲਾ ਤਕਰੀਬਨ 12 ਸਾਲ ਦੀ ਸੀ, ਇਸ ਤੋਂ ਬਾਅਦ ਫਿਰ ਸਤਿਗੁਰੂ ਜੀ ਅਨੰਦਪੁਰ ਸਾਹਿਬ ਆ ਗਏ। ਇੱਥੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਸਿੱਖਿਆ, ਸ਼ਾਸਤਰ ਵਿਦਿਆ, ਸ਼ਸਤਰ ਵਿਦਿਆ, ਸਾਰਾ ਕੁਝ ਜਿਹੜਾ ਉਹ ਬੜੇ ਸੁਚੱਜੇ ਢੰਗ ਨਾਲ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਦਿੱਤਾ। ਧਿਆਨ ਦੇਣਾ, ਦੋ ਚੀਜ਼ਾਂ ਸਤਿਗੁਰਾਂ ਦੇ ਜੀਵਨ ਵਿੱਚੋਂ ਜਦੋਂ ਤੁਸੀਂ ਪੜ੍ਹੋਗੇ ਨਾ, ਕਿਸੇ ਵੀ ਗੁਰੂ ਸਾਹਿਬਾਨ ਦੇ, ਪਾਤਸ਼ਾਹ ਜੀ ਦੇ ਆਪਣੇ ਸਾਹਿਬਜ਼ਾਦਿਆਂ ਨੂੰ, ਆਪਣੇ ਪੁੱਤਰਾਂ ਨੂੰ ਸ਼ਸਤਰ ਦੀ ਵਿਦਿਆ ਤੇ ਸ਼ਾਸਤਰ ਦੀ ਵਿਦਿਆ, ਦੁਨਿਆਵੀ ਵਿਦਿਆ ਸਤਿਗੁਰਾਂ ਨੇ ਇਹ ਵੱਧ ਚੜ੍ਹ ਕੇ ਦਿੱਤੀ। ਐਵੇਂ ਧੰਨ ਗੁਰੂ ਗੋਬਿੰਦ ਤੇਗ ਬਹਾਦਰ ਪਾਤਸ਼ਾਹ ਜੀ ਨੇ ਵੇਖੋ ਕਿੰਨੀ ਸਿੱਖਿਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਬਾਣੀ ਪੜ੍ਹੋ, ਜ਼ਫਰਨਾਮਾ ਸਤਿਗੁਰਾਂ ਦਾ ਪਰਸ਼ੀਅਨ ਦੇ ਅੰਦਰ, ਧਿਆਨ ਦੇਣਾ, ਜ਼ਫਰਨਾਮਾ ਪਰਸ਼ੀਅਨ ਦੇ ਅੰਦਰ। ਜਾਪ ਸਾਹਿਬ ਪੜ੍ਹੋ, ਸੰਸਕ੍ਰਿਤ ਹੈ, ਅਰਬੀ ਹੈ, ਫਾਰਸੀ ਹੈ, ਪੰਜਾਬੀ ਹੈ। ਇਹ ਕਿੰਨੀਆਂ ਲੈਂਗੁਏਜ ਨੇ ਜਿਹੜੀਆਂ ਸਤਿਗੁਰੂ ਪਾਤਸ਼ਾਹ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਪੁੱਤਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਦਿੱਤੀਆਂ। ਇਸ ਤਰ੍ਹਾਂ ਦੀ ਸਿੱਖਿਆ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਨੂੰ ਦਿੱਤੀ। ਇੱਕ ਬੜਾ ਵੱਡਾ ਪੱਖ ਹੈ ਸਾਧ ਸੰਗਤ, ਅੱਜ ਦੇ ਸਮੇਂ ਅੰਦਰ ਅਸੀਂ ਅੱਜ ਦੇ ਸਮੇਂ ਦੇ ਅੰਦਰ ਆਪਣੇ ਬੱਚਿਆਂ ਦੀ ਐਜੂਕੇਸ਼ਨ ਵੱਲ ਬੇਸ਼ੱਕ ਮਾਪੇ ਬੜੇ ਚਿੰਤਿਤ ਹੁੰਦੇ ਨੇ, ਪਰ ਧਿਆਨ ਦੇਣਾ ਸਾਡੀ ਕੌਮ ਚਿੰਤਿਤ ਨਹੀਂ ਹੈ। ਸਾਡੀ ਕੌਮ ਚਿੰਤਿਤ ਹੈ ਸਿਰਫ ਤੇ ਸਿਰਫ ਲੰਗਰਾਂ ਦੇ ਸਟਾਲ ਲਾਉਣ ਵਿੱਚ। ਨਗਰ ਕੀਰਤਨ ਨਿਕਲ ਜਾਏ, ਪੈਰ ਪੈਰ ਤੇ ਸਟਾਲ ਲੱਗੇ ਨੇ, ਇੰਨੀ ਵੇਸਟੇਜ। ਪਰ ਜੇ ਕਹਿ ਦਿੱਤਾ ਜਾਏ ਕਿ ਚੰਗਾ ਜਿਹਾ ਸਕੂਲ ਬਣਾ ਲਓ, ਤੇ ਧਿਆਨ ਦੇਣਾ ਸਾਡੇ ਕੋਲ ਇੱਕ ਵੀ ਚੰਗਾ ਸਕੂਲ ਨਹੀਂ ਜਿੱਥੇ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾ ਸਕੀਏ। ਔਰ ਮੈਂ ਸੱਚ ਵਿੱਚ ਮੈਂ ਪਿਛਲੇ ਦਿਨੀ ਮੈਂ ਬੇਨਤੀ ਕੀਤੀ ਪ੍ਰਧਾਨ ਸਾਹਿਬ ਜੀ, ਇਹਨਾਂ ਨੂੰ ਵੀ ਮਿਲਿਆ। ਮੈਂ ਕਿਹਾ ਪ੍ਰਧਾਨ ਸਾਹਿਬ ਬੇਨਤੀ ਹੈ, ਲੰਗਰਾਂ ਦੇ ਕਾਰਜ ਛੱਡੋ, ਸਾਨੂੰ ਬੱਚਿਆਂ ਦਾ ਐਡਮਿਸ਼ਨ ਕਰਾਉਣਾ ਹੋਵੇ ਤੇ ਵੇਖਣਾ ਪੈਂਦਾ ਕਿਸੇ ਈਸਾਈਆਂ ਦੇ ਸਕੂਲ ਵਿੱਚ ਜਾ ਕੇ ਕਰਾਈਏ। ਬੜੀ ਸੋਹਣੀ ਐਜੂਕੇਸ਼ਨ ਉਹਨਾਂ ਕੋਲ। ਹਰ ਬੱਚਾ, ਹਰ ਮਾਂ-ਬਾਪ ਲੋਚਦਾ ਹੈ ਕਿ ਸਾਡਾ ਬੱਚਾ ਈਸਾਈਆਂ ਦੇ ਸਕੂਲ ਵਿੱਚ ਪੜ੍ਹੇ। ਸਿਸਟਮ ਹੈ, ਐਜੂਕੇਸ਼ਨ ਹੈ। ਪਰ ਧਿਆਨ ਦੇਣਾ, ਸਾਡੇ ਕੋਲ ਜਿਹੜੇ ਅਦਾਰੇ ਨੇ ਉਹਨਾਂ ਵਿੱਚ ਅਸੀਂ ਵੀ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਖੁਸ਼ ਨਹੀਂ। ਅਸੀਂ ਕੀ, ਸਾਡੇ ਪ੍ਰਬੰਧਕ ਵੀ ਪੜ੍ਹਾ ਕੇ ਖੁਸ਼ ਨਹੀਂ। ਕਿਉਂ? ਦਾ ਕਾਰਨ ਇਹ ਵੀ ਐਜੂਕੇਸ਼ਨ ਦਾ ਮਿਆਰ ਅਸੀਂ ਬੜਾ ਥੱਲੇ ਡੇਗ ਦਿੱਤਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਬਾਬਾ ਅਜੀਤ ਸਿੰਘ ਜੀ ਨੂੰ ਬੜੀ ਸੋਹਣੀ ਸਿੱਖਿਆ ਦਿੱਤੀ। ਜਦੋਂ ਬਾਬਾ ਅਜੀਤ ਸਿੰਘ ਜੀ ਦੀ ਉਮਰ ਤਕਰੀਬਨ 12 ਸਾਲ ਦੀ ਸੀ, 1699 ਦੇ ਅੰਦਰ ਬਾਬਾ ਅਜੀਤ ਸਿੰਘ ਜੀ ਨੇ ਪਹਿਲੀ ਜੰਗ ਲੜੀ ਸੀ। ਨੂੰਹ ਦੀ ਸੰਗਤ ਜਿਹੜੀ ਹੈ ਉਹ ਪਾਤਸ਼ਾਹ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਵਿੱਚ ਆਏ ਵੀ ਸਤਿਗੁਰੂ ਜੀ, ਜਿਹੜੇ ਰੰਗੜ ਨੇ ਨਾ, ਰੰਗੜ ਉਹ ਸਾਡੇ ਤੇ, ਜਦੋਂ ਅਸੀਂ ਖੇਤੀਬਾੜੀ ਕਰਨੇ ਆ, ਮਿਹਨਤਾਂ ਕਰਨੇ ਆ, ਜਦੋਂ ਫਸਲ ਆਉਂਦੀ ਹੈ ਤੇ ਰੰਗੜ ਹਮਲਾ ਕਰ ਦਿੰਦੇ ਨੇ ਤੇ ਕਰਕੇ ਜੋ ਹੁੰਦਾ ਸਭ ਲੁੱਟ ਕੇ ਲੈ ਜਾਂਦੇ ਨੇ।
ਪਹਿਲੀ ਜੰਗ ਸਤਿਗੁਰੂ ਪਾਤਸ਼ਾਹ ਜੀ ਨੇ ਬਾਬਾ ਅਜੀਤ ਸਿੰਘ ਜੀ ਨੂੰ ਭੇਜਿਆ ਜਦੋਂ ਉਹਨਾਂ ਦੀ ਉਮਰ 12 ਸਾਲ ਦੀ ਸੀ। 12 ਸਾਲ ਦੀ ਉਮਰ ਵਿੱਚ ਬਾਬਾ ਅਜੀਤ ਸਿੰਘ ਜੀ ਨੇ ਪਹਿਲੀ ਜੰਗ ਲੜੀ ਤੇ ਜਿੱਤੀ। ਧਿਆਨ ਦੇਣਾ, ਸਿਰਫ ਸਤਿਗੁਰੂ ਪਾਤਸ਼ਾਹ ਜੀ ਨੇ ਉਹ ਕਾਰਜ ਕਰਵਾਏ ਨਹੀਂ, ਉਹਨਾਂ ਨੂੰ ਪ੍ਰੈਕਟੀਕਲ ਰੂਪ ਵਿੱਚ ਵੀ ਮੈਦਾਨ ਵਿੱਚ ਭੇਜਿਆ। ਜਦੋਂ ਸਾਹਿਬਜ਼ਾਦੇ ਦੀ ਉਮਰ 1700 ਈਸਾ ਈਸਵੀ ਦੇ ਅੰਦਰ, ਜਦੋਂ ਉਹਨਾਂ ਦੀ ਉਮਰ ਤਕਰੀਬਨ 13 ਸਾਲ ਦੀ ਸੀ, ਅੰਮ੍ਰਿਤ ਸੰਚਾਰ ਤੋਂ ਬਾਅਦ ਬਾਬਾ ਅਜੀਤ ਸਿੰਘ ਜੀ ਬਣੇ। ਅਜੀਤ ਸਿੰਘ ਜੀ ਨੇ ਪਹਿਲੀ ਦੂਜੀ ਜੰਗ ਜਿਹੜੀ ਉਹ ਨਿਰਮੋਹਗੜ੍ਹ ਦੇ ਕਿਲੇ ਵਿੱਚ ਲੜੀ। 5 ਜਿਹੜੇ ਕਿਲੇ ਸਤਿਗੁਰਾਂ ਨੇ ਤਿਆਰ ਕਰਾਏ, ਆਨੰਦਗੜ੍ਹ ਦਾ ਕਿਲਾ, ਨਿਰਮੋਹਗੜ੍ਹ ਦਾ ਕਿਲਾ, ਲੋਹਗੜ੍ਹ ਦਾ ਕਿਲਾ। ਨਿਰਮੋਹਗੜ੍ਹ ਦੇ ਕਿਲੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਨੇ ਦੂਜੀ ਜੰਗ ਲੜੀ ਤੇ ਉਹ ਵੀ ਜਿੱਤੀ। ਇੱਕ ਦਿਨ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਦਰਬਾਰ ਸਜਿਆ ਸੀ ਤੇ ਸਜੇ ਦਰਬਾਰ ਦੇ ਵਿੱਚ ਇੱਕ ਪੰਡਤ ਬ੍ਰਾਹਮਣ ਰੋਂਦਾ ਹੋਇਆ ਆਇਆ, ਸਤਿਗੁਰ ਮੈਨੂੰ ਬਚਾ ਲਓ, ਮੈਂ ਲੁੱਟਿਆ ਗਿਆ, ਮੈਂ ਮਰ ਗਿਆ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਵੀ ਸਤਿਗੁਰਾਂ ਦੀ ਉਸ ਸਭਾ ਦੇ ਵਿੱਚ ਬੈਠੇ ਸਨ ਸੰਗਤਾਂ ਦੇ ਨਾਲ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਸ ਬ੍ਰਾਹਮਣ ਨੂੰ ਸਿੱਖਾਂ ਨੂੰ ਕਹਿ ਕੇ ਬਿਠਾਇਆ ਵੀ ਕੀ ਗੱਲ ਹੋ ਗਈ। ਕਹਿਣ ਲੱਗਾ, ਸਤਿਗੁਰ ਜੀ, ਜਿਹੜਾ ਬੱਸੀ ਪਠਾਣਾ, ਗੁਰਦਾਸਪੁਰ ਦੇ ਨੇੜੇ ਬੱਸੀ ਪਠਾਣਾ ਦਾ ਜਿਹੜਾ ਉੱਥੋਂ ਦਾ ਜਿਹੜਾ ਵੱਡਾ ਹਾਕਮ ਹੈ ਜ਼ਾਬਰ ਖਾਨ, ਉਹ ਮੇਰੀ ਘਰਵਾਲੀ ਨੂੰ ਤੇ ਮੇਰੀ ਧੀ ਨੂੰ ਜਬਰੀ ਘਰੋਂ ਚੁੱਕ ਕੇ ਲੈ ਗਿਆ। ਤੇ ਸਤਿਗੁਰ, ਮੈਂ ਬੜੀਆਂ ਫਰਿਆਦਾਂ ਕੀਤੀਆਂ ਵੱਡੇ ਵੱਡੇ ਚੌਧਰੀਆਂ ਦੇ ਅੱਗੇ, ਲੋਕਾਂ ਦੇ ਅੱਗੇ, ਸਤਿਗੁਰ ਮੇਰੀ ਕਿਸੇ ਨੇ ਨਹੀਂ ਸੁਣੀ। ਜਿੰਦੇ ਕੋਲ ਗਿਆ ਉਹਨੇ ਕੋਈ ਗੱਲ ਆਖੀ ਕਿ ਪੰਡਤ ਜੀ ਹੁਣ ਭੁੱਲ ਜਾਓ ਆਪਣੀ ਘਰਵਾਲੀ ਤੇ ਆਪਣੀ ਬੱਚੀ ਨੂੰ, ਹੁਣ ਨਾ ਚੇਤੇ ਕਰੋ। ਜ਼ਾਬਰ ਖਾਨ ਜੀ ਨੂੰ ਚੁੱਕ ਕੇ ਲੈ ਗਿਆ, ਉਹਨੇ ਕਦੀ ਵਾਪਸ ਨਹੀਂ ਕੀਤਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਹਾਡੇ ਚਰਨਾਂ ਵਿੱਚ ਆਇਆ, ਮੈਨੂੰ ਲੁੱਟੇ ਹੋਏ ਨੂੰ ਬਚਾ ਲਓ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਬਾਬਾ ਅਜੀਤ ਸਿੰਘ ਜੀ ਨੂੰ ਥਾਪੜਾ ਦਿੱਤਾ, ਨਾਲ ਭਾਈ ਉਦੈ ਸਿੰਘ ਨੂੰ ਥਾਪੜਾ ਦਿੱਤਾ, ਜਾਓ। ਸਿਰਫ 100 ਸਿੰਘਾਂ ਦਾ ਜਥਾ ਲੈ ਕੇ ਬਾਬਾ ਅਜੀਤ ਸਿੰਘ ਜੀ ਬੱਸੀ ਪਠਾਣਾ ਗਏ। ਸਿਰਫ 100 ਸਿੰਘ। ਪਹਿਲਾਂ ਜਾ ਕੇ ਪਿੰਡ ਨੂੰ ਚਾਰੇ ਪਾਸੇ ਤੋਂ ਘੇਰਿਆ ਤੇ ਫਿਰ ਜਾ ਕੇ ਇਤਲਾਹ ਕੀਤੀ ਬੱਸੀ ਪਠਾਣਾ ਦੇ ਉਸ ਹਾਕਮ ਨੂੰ ਵੀ, ਜ਼ਾਬਰ ਖਾਨ ਨੂੰ ਵੀ, ਜਿਹੜੀ ਪਠਾਨ ਦੀ ਬੱਚੀ, ਧੀ ਤੇ ਉਹਦੀ ਘਰਵਾਲੀ ਨੂੰ ਤੂੰ ਜਬਰੀ ਚੁੱਕਿਆ, ਉਹਨਾਂ ਨੂੰ ਘਰ ਵਾਪਸ ਪਹੁੰਚਾ ਦੇ, ਤੇਰੀ ਜਾਨ ਬਖਸ਼ੀ ਜਾਏਗੀ। ਪਰ ਜ਼ਾਬਰ ਖਾਨ ਨੂੰ ਅੰਦਰੋਂ ਇਸ ਗੱਲ ਦਾ ਮਾਣ ਸੀ ਵੀ ਮੈਨੂੰ ਕੌਣ ਜਿੱਤ ਸਕਦਾ ਹੈ, ਮੇਰੇ ਕੋਲ ਤੇ ਫੌਜਾਂ ਨੇ, ਸ਼ਸਤਰ ਨੇ। ਇਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਫਰਜ਼ੰਦ ਦੇ ਸਾਹਮਣੇ ਆ ਕੇ ਖੜਾ ਹੋ ਗਿਆ ਲੜਨ ਦੇ। ਹੁਣ ਬਾਬਾ ਅਜੀਤ ਸਿੰਘ ਜੀ ਨੇ, ਇਹ ਬੜੀ ਵੱਡੀ ਜੰਗ ਸੀ, ਇਸ ਜੰਗ ਦੇ ਅੰਦਰ ਬਾਬਾ ਅਜੀਤ ਸਿੰਘ ਜੀ ਨੇ ਉਸ ਜ਼ਾਬਰ ਖਾਨ ਨੂੰ ਸੋਧਾ ਲਾਇਆ ਤੇ ਬੱਸੀ ਪਠਾਣਾ ਦੇ ਉਸ ਪੰਡਤ ਦੀ ਧੀ ਨੂੰ ਤੇ ਉਹਦੀ ਘਰਵਾਲੀ ਨੂੰ ਬਕਾਇਦਾ ਸਤਿਗੁਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਲੈ ਕੇ ਆਏ। ਸੋ ਬਾਬਾ ਅਜੀਤ ਸਿੰਘ ਜੀ ਦੀਆਂ ਇਹ ਲੜਾਈਆਂ ਦਾ ਜ਼ਿਕਰ ਹੀ ਸਾਨੂੰ ਮਿਲਦਾ ਹੈ ਬਹੁਤਾਤ ਵਿੱਚ। ਫਿਰ ਆਖਰੀ ਲੜਾਈ ਜਿਹੜੀ ਆਨੰਦਪੁਰ ਸਾਹਿਬ ਜੀ ਦੇ ਕਿਲੇ ਦੀ ਹੈ, ਜਦੋਂ ਸਤਿਗੁਰ ਨੇ ਕਿਲਾ ਖਾਲੀ ਕੀਤਾ, ਸਭ ਤੋਂ ਅੱਗੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਪਣੇ ਛੋਟੇ ਫਰਜ਼ੰਦ ਮਾਤਾ ਮਹਿਲਾਂ ਦੇ ਨਾਲ ਸਨ। ਤੇ ਧਿਆਨ ਦੇਣਾ, ਸਭ ਤੋਂ ਪਿਛਲਾ ਜਥਾ ਜਿਹੜਾ ਸੀ ਉਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਬਾਬਾ ਅਜੀਤ ਸਿੰਘ ਜੀ ਦੀ ਡਿਊਟੀ ਲਾਈ ਸੀ। ਵੇਖੋ, ਦੁਨੀਆ ਦੇ ਅੰਦਰ ਬੜੇ ਲੋਕ ਨੇ ਸਾਧ ਸੰਗਤ, ਮੈਂ ਕਹਿੰਦਾ ਹੁਣੇ ਕੋਈ ਵਿਪਦਾ ਆ ਜਾਏ, ਸਾਨੂੰ ਸਭ ਤੋਂ ਪਹਿਲਾਂ ਆਪਣਾ ਪਰਿਵਾਰ ਚੇਤੇ ਆਏਗਾ, ਆਪਣੇ ਬੱਚੇ ਚੇਤੇ ਆਉਣਗੇ। ਮੰਨ ਲਓ ਸਾਡੇ ਬੱਚੇ ਘਰੋਂ ਬਾਹਰ ਗਏ ਨੇ ਕਿਤੇ, ਤੇ ਸਾਨੂੰ ਪਤਾ ਲੱਗੇ ਵੀ ਉਹ ਗਏ ਨੇ ਇੱਧਰ ਤਿਲਕ ਨਗਰ ਵੱਲ, ਤੇ ਸਾਨੂੰ ਖਬਰ ਮਿਲੇ ਵੀ ਉੱਧਰ ਕੋਈ ਘਟਨਾ ਵਾਪਰ ਗਈ ਹੈ, ਸਾਡਾ ਪਹਿਲਾ ਧਿਆਨ ਜਾਏਗਾ ਉੱਧਰ। ਅਸੀਂ ਉਸੇ ਵਕਤ ਫੋਨ ਕਰਾਂਗੇ ਵੀ ਠੀਕ ਹੋ, ਖੈਰੀਅਤ ਨਾਲ ਹੋ। ਪਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਜ਼ਿਕਰਾ ਵੇਖੋ, ਸਤਿਗੁਰੂ ਪਾਤਸ਼ਾਹ ਜੀ ਨੇ ਸਭ ਤੋਂ ਪਿੱਛੇ, ਕਿਉਂਕਿ ਫੌਜਾਂ ਨੇ ਹਮਲਾ ਪਿੱਛੋਂ ਹੀ ਕਰਨਾ ਹੈ, ਸਤਿਗੁਰਾਂ ਨੇ ਬਾਬਾ ਅਜੀਤ ਸਿੰਘ ਜੀ ਨੂੰ ਸਭ ਤੋਂ ਪਿੱਛੇ ਰੱਖਿਆ। ਜਦੋਂ ਸਰਸਾ ਨਦੀ ਦੇ ਅੰਦਰ ਸਾਰੇ ਸਿੱਖ ਚਲੇ ਗਏ ਨੇ, ਬਾਬਾ ਅਜੀਤ ਸਿੰਘ ਜੀ ਉਸ ਵੇਲੇ ਭਾਈ ਉਦੈ ਸਿੰਘ ਜੀ ਦੇ ਨਾਲ ਬਾਬਾ ਬਚਿੱਤਰ ਸਿੰਘ ਜੀ ਫੱਟੜ ਹੋ ਗਏ ਸਨ, ਜ਼ਖਮੀ ਹੋ ਗਏ ਸਨ, ਉਹਨਾਂ ਨੂੰ ਆਪਣੇ ਮੋਢਿਆਂ ਤੇ ਚੁੱਕ ਕੇ ਸਰਸਾ ਨਦੀ ਦੇ ਅੰਦਰ ਜਾਂਦੇ ਨੇ।
ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਫਰਜ਼ੰਦ ਬਾਬਾ ਅਜੀਤ ਸਿੰਘ ਜੀ ਅੱਜ ਉਹਨਾਂ ਦਾ ਤੁਸੀਂ ਜਨਮ ਦਿਹਾੜਾ ਮਨਾ ਰਹੇ ਹੋ। ਸਿਰਫ ਉਹਨਾਂ ਦਾ ਜ਼ਿਕਰ ਬਹੁਤਾ ਬਾਬਾ ਅਜੀਤ ਸਿੰਘ ਜੀ ਦਾ ਸਾਨੂੰ ਜੰਗਾਂ ਯੁੱਧਾਂ ਦੇ ਅੰਦਰ ਹੀ ਮਿਲਦਾ ਹੈ ਇਤਿਹਾਸ ਵਿੱਚ। ਔਰ ਸੱਚ ਵਿੱਚ ਸਤਿਗੁਰਾਂ ਦਾ ਇਹ ਜਿੰਨਾ ਵੀ ਸਮਾਂ ਸੀ 1687 ਤੋਂ ਲੈ ਕੇ ਭੰਗਾਣੀ ਦੇ ਯੁੱਧ ਤੋਂ ਲੈ ਕੇ ਆਨੰਦਪੁਰ ਸਾਹਿਬ ਜੀ ਦੀ ਆਖਰੀ ਲੜਾਈ ਤੱਕ 14 ਜੰਗਾਂ, ਜ਼ਿਆਦਾਤਰ ਇਸ ਸਮੇਂ ਦੇ ਅੰਦਰ ਇਹਨਾਂ ਜੰਗਾਂ ਦਾ ਹੀ ਜ਼ਿਕਰ ਮਿਲਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਫਰਜ਼ੰਦ ਇੱਥੇ ਹੀ ਫਿਰ ਚਮਕੌਰ ਦੀ ਗੜੀ ਦੇ ਅੰਦਰ ਕਤਲਗੜ੍ਹ ਸਾਹਿਬ ਵਿਖੇ ਬਾਬਾ ਅਜੀਤ ਸਿੰਘ ਜੀ ਮੈਦਾਨੇ ਜੰਗ ਵਿੱਚ ਜੂਝਦਿਆਂ ਹੋਇਆਂ ਸ਼ਹਾਦਤ ਨੂੰ ਪ੍ਰਾਪਤ ਕਰਦੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨੇਤਰਾਂ ਦੇ ਸਾਹਮਣੇ, ਕਿਉਂਕਿ ਸਤਿਗੁਰ ਆਪ ਉਹਨਾਂ ਨੂੰ ਮੈਦਾਨੇ ਜੰਗ ਵਿੱਚ ਜੂਝਣ ਦੇ ਲਈ, ਲੜਨ ਦੇ ਲਈ ਆਪਣੇ ਹੱਥੀਂ ਤਿਆਰ ਕਰਕੇ ਭੇਜਦੇ ਨੇ। ਬਾਬਾ ਅਜੀਤ ਸਿੰਘ ਜੀ ਦੀ ਸ਼ਹਾਦਤ ਚਮਕੌਰ ਦੀ ਗੜੀ ਦੇ ਅੰਦਰ ਹੁੰਦੀ ਹੈ। ਸਿਰਫ 17 ਸਾਲ ਦੀ ਉਮਰ ਸੀ ਜਿੱਦਣ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਲਾੜੀ ਮੌਤ ਨੂੰ ਵਿਆਹਣ ਦੇ ਲਈ ਬਾਬਾ ਅਜੀਤ ਸਿੰਘ ਜੀ ਨੂੰ ਆਪਣੇ ਹੱਥੀਂ ਤਿਆਰ ਕਰਕੇ ਤੋਰਿਆ ਸੀ। ਕੋਈ ਦੁਨਿਆਵੀ ਬੰਦਾ ਹੋਵੇ ਨਾ ਸਾਧ ਸੰਗਤ, ਮੈਂ ਇਸੇ ਕਰਕੇ ਬੜੇ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ, ਕਹਿੰਦੇ ਕਰਤਾਰ ਕੀ ਸੌਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਵੀ ਤਾਰੀਫ ਹੋ ਗੁਰੂ ਗੋਬਿੰਦ ਕੀ ਉਹ ਕਮ ਹੈ। ਸਾਧ ਸੰਗਤ, ਦੂਜਿਆਂ ਦੇ ਪੁੱਤਰ ਮਰਵਾ ਦੇਣੇ ਬੜੀ ਸੌਖੀ ਗੱਲ ਹੈ, ਆਪਣੇ ਪੁੱਤਰਾਂ ਨੂੰ ਮੈਦਾਨੇ ਜੰਗ ਵਿੱਚ ਜੂਝਣ ਲਈ ਤੋਰਨਾ ਬਹੁਤ ਔਖਾ ਹੈ। ਐਵੇਂ ਥੋੜਾ ਕਵੀ ਅੱਲਾ ਯਾਰ ਨੇ ਕਿਹਾ, ਕਹਿਣ ਲੱਗੇ कटा दिए शिष्य कृष्ण ने गीता को सुनाकर, मैदाने जंग में ही गीता उच्चारण की सी ना कृष्ण ने अर्जुन ਨੂੰ ਜਦੋਂ ਨੇ ਜਿਹੜੀ ਗੱਲ ਸਮਝਾਈ ਸੀ। पर ध्यान देना उत्थे कृष्ण का अपना कोई पुत्र नहीं सी हैगा। जे अर्जुन नहीं सी लड़ना चाहता तो इन्हू लड़न के लिए प्रेरिया किन्ने? गीता सुना के श्री कृष्ण। गीता का जन्म उत्थे ही होया। पर दूजिया नूं मैदाने जंग में तोड़ना कवि अल्लाह यार कहता है बहुत सौखा है, क्योंकि पता है किहड़े अपने ने मर खप जाणगे तो की हो जाएगा, पर अपनिਆਂ ਨੂੰ तोड़ना बड़ा औखा होंदा है। धन गुरु गोबिंद सिंह पातशाह जी ने बाबा अजीत सिंह बाबा जुझार सिंह को अपने हाथी तोड़िया सी। ते ऐसे सतगुर पातशाह जी के फरजंद धन धन बाबा अजीत सिंह जी जिन्होंने तुसीं अज याद कर रहे हो, उन्हों का अज जन्मदिन है। सतगुर किरपा करन उन्होंने जीवन विचों किते सानू कोई किरण किते ऐसी सबब मिल जाए, क्योंकि साध संगत तो कोई वखरे नहीं, साडे बाबे ने ते बाबियां दे जीवन तो प्रेरणा लेना साडा सारियां दा फर्ज है, साडी जिम्मेदारी है। अज बाबा फरीद साहब जी ने जेड़े बचन कहे ने सिर्फ 5-7 मिनट विच आपां इस श्लोक दे अर्थ कर लईए, उस तो उपरंत समाप्ति है जी। फरीदा इट सिराने भए भोए सवन। बाबा फरीद साहब कहते ने सराने दे थले इट है, भोए ते सुता हुए। भोए का मतलब है जमीन धरती ते, भोए सवन कीड़ा लड़ियो मास। ते बाबा जी कहते ने कीड़ा आके तेरे मास नाल लड़ गया, तेरे मास नूं ठुंगदा पिया, खांदा पिया। जो कीड़ा लड़दा है वो साडे मास नूं चक वड़दा है। कीड़ा लड़ियो मास कितड़िया जुग वापरे। बाबा जी कहते ने किन्ने जुग हो गए ने, इकत पिया पास, एक पासे बंदा सुता होया। इहदा मतलब की वेखो यही इंसान है। बाबा जी कहते ने वेख पलिया जवानी दे अंदर तेनू रब चेते नहीं आता, तो कहना अजे समा नहीं होया। जो तू जीवन के माड़े कर्म करना है उदों तेनू रब चेते नहीं आता, भी शायद तेरे मन में कोई बदलाव आ जाए। बाबा जी कहते ने तू सौन लई कहना मैनू मखमल के गद्दे मिलन, पहनन दे लई कहना सोहना सोहने कपड़े मिलन, ते सोहना पलंग होवे जिंदे ते मैं सुता हाँ महंगे तो महंगा। बाबा जी कहते हैं एक दिन वो भी समा आना है जिदन तू मर गया। ध्यान देना ये गल है मरे हुए बंदे ने। बाबा जी कहते हैं जिदन तेरी मौत हो गई ना, ध्यान देना जो मुस्लिम रवायतों के अनुसार बंदे नूं दफनाया जाता ना थले, तो उनके सिर नूं थोड़ा उच्चा रखने के लिए थले इट रसरा इट रखी जाती है। जिवें बंदे नूं जदों लकड़ां ते चिखा तैयार की जाती है, सिर थोड़ा उच्चा रखने के लिए थले लकड़ लाई जाती है। बाबा जी कहते हैं देख इट सिराने, हुण तू कहना भी मखमल का थले पिल्लो होवे सोहना,
ਬਾਬਾ ਜੀ ਕਹਿੰਦੇ ਨੇ ਜਿੱਦਣ ਮਰ ਗਿਆ ਉਦੋਂ ਤੇਰੇ ਸਰਾਣੇ ਥੱਲੇ ਇੱਟ ਹੋਣੀ ਹੈ, ਭੋਏ ਸਵਨ, ਉਦੋਂ ਮਖਮਲ ਦੇ ਗੱਦੇ ਨਹੀਂ ਹੋਣੇ, ਉਦੋਂ ਹੋਣੀ ਹੈ ਜ਼ਮੀਨ, ਧਰਤੀ, ਮਿੱਟੀ। ਬਾਬਾ ਜੀ ਕਹਿੰਦੇ ਨੇ ਕੀੜਾ ਲੜਿਓ ਮਾਸ। ਹੁਣ ਤੇਰੇ ਸਰੀਰ ਨੂੰ ਕੋਈ ਮਾੜਾ ਜਿਹਾ ਵੀ ਟੱਚ ਕਰ ਜਾਏ ਤੈਨੂੰ ਬੜਾ ਗੁੱਸਾ ਲੱਗਦਾ ਹੈ। ਧਿਆਨ ਦੇਣਾ, ਰਸਤੇ 'ਚ ਜਾਂਦੇ ਆ ਕਿਸੇ ਨਾਲ ਬੰਦਾ ਖਹਿ ਜਾਏ ਮਾੜਾ ਜਿਹਾ, ਇੱਥੋਂ ਤੱਕ ਚਲੋ ਸਰੀਰ ਨਾਲ ਸਰੀਰ ਖਹਿਣ ਲੱਗਿਆ ਤੇ ਭੀੜ ਭੜਾਕਾ ਚਾਹੀਦਾ ਹੈ। ਰਸਤੇ 'ਚ ਜਾਂਦੇ ਆ ਧਿਆਨ ਦੇਣਾ, ਕਿਤੇ ਮਾੜਾ ਜਿਹਾ ਗੱਡੀ ਨੂੰ ਵੀ ਸਕ੍ਰੈਚ ਪੈ ਜੇ ਨਾ, ਬੰਦਾ ਆਪਣਾ ਆਪਾ ਗਵਾ ਦਿੰਦਾ ਹੈ। ਕ੍ਰੋਧ ਵਿੱਚ ਕਿੰਨੇ ਇੰਸੀਡੈਂਟ ਰੋਜ਼ ਵਾਪਰਦੇ ਨੇ ਸਾਡੇ ਸਾਹਮਣੇ ਸਮਾਜ ਵਿੱਚ, ਗੱਲ ਕੁਝ ਵੀ ਨਹੀਂ ਹੁੰਦੀ। ਫਿਰ ਜਦੋਂ ਸਭ ਕੁਝ ਹੋ ਜਾਂਦਾ ਹੈ ਫਿਰ ਉਹੀ ਬੰਦਾ ਸੋਚਦਾ ਯਾਰ ਕਿਤੇ ਮੈਂ ਉਸ ਵੇਲੇ 2 ਮਿੰਟ ਰੁਕ ਜਾਂਦਾ, 2 ਸਕਿੰਟ ਹੀ ਰੁਕ ਜਾਂਦਾ, ਸ਼ਾਇਦ ਏਡੀ ਵੱਡੀ ਗੱਲ ਨਾ ਹੁੰਦੀ। ਸਿਰਫ ਇੱਕ 2 ਸਕਿੰਟ, ਉਹ ਸਕਰੈਚ ਦੇ ਘਰ ਜਾ ਕੇ ਠੀਕ ਹੋ ਜਾਏਗਾ, ਪਰ ਜੇ ਉੱਥੇ ਕੋਈ ਭਾਣਾ ਵਾਪਰ ਗਿਆ ਦੱਸ ਫਿਰ ਜਿਹੜਾ ਤੇਰਾ ਪਿੱਛੇ ਪਰਿਵਾਰ ਤੈਨੂੰ ਉਡੀਕਦਾ ਪਿਆ ਉਹਨੂੰ ਕੌਣ, ਉਹਦੇ ਬਾਰੇ ਤੇ ਕਦੀ ਸੋਚ। ਬਾਬਾ ਜੀ ਕਹਿੰਦੇ ਨੇ ਕੀੜਾ ਲੜਿਓ ਮਾਸ, ਤੇਰੇ ਤਨ ਨੂੰ ਕੀੜੇ ਲੜੇ, ਕੀੜਿਆਂ ਨੇ ਮਾਸ ਖਾਧਾ ਨਾ ਜੀ। ਧਰਤੀ ਦੇ ਥੱਲੇ ਜਿਹੜਾ ਮਾਸ ਹੈ ਉਹ ਕੀੜੇ ਮਕੌੜੇ ਖਾਣਗੇ ਥੱਲੇ, ਉਹਨੇ ਸਰੀਰ ਐਵੇਂ ਤੇ ਨਹੀਂ ਪਿਆ ਰਹਿੰਦਾ ਮਿੱਟੀ ਦੇ ਥੱਲੇ। ਪਰ ਬਾਬਾ ਜੀ ਕਹਿੰਦੇ ਨੇ ਕਿਤੜਿਆਂ ਯੁੱਗ ਵਾਪਰੇ, ਕਿੰਨੇ ਯੁੱਗ ਵਾਪਰ ਗਏ ਨੇ, ਕਿੰਨਾ ਸਮਾਂ ਹੋ ਗਿਆ, ਇਕਤ ਭਇਆ ਪਾਸ, ਜਿਵੇਂ ਬੰਦੇ ਨੂੰ ਪਾਇਆ ਸੀ ਬੰਦਾ ਉਵੇਂ ਪਿਆ ਹੈ, ਹੁਣ ਪਾਸਾ ਵੀ ਨਹੀਂ ਬਦਲਦਾ। ਬਾਬਾ ਜੀ ਕਹਿੰਦੇ ਨੇ ਵੇਖੇ ਤੇਰੇ ਜੀਵਨ ਦਾ ਸੱਚ ਹੈ, ਜਿੱਦਣ ਮਰਿਆ ਉਦੋਂ ਤੇਰੀ ਅਵਸਥਾ ਇਹ ਹੋਣੀ ਹੈ। ਕਿੰਨਾ ਚੰਗਾ ਹੋਵੇ ਜੀਂਦਿਆਂ ਜੀ ਤੈਨੂੰ ਰੱਬ ਚੇਤੇ ਆ ਜਾਏ ਤੇ ਤੈਨੂੰ, ਜਿਹਨੂੰ ਬਾਬਾ ਜੀ ਕਹਿੰਦੇ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ, ਦੇਖ ਪਰਾਈ ਚੋਪੜੀ। ਪਰਾਈ ਚੋਪੜੀ ਦਾ ਮਤਲਬ ਕੀ? ਦੂਜੇ ਵੱਲ ਵੇਖ ਕੇ ਜੀਣਾ। ਜਦੋਂ ਬੰਦਾ ਦੂਜੇ ਵੱਲ ਵੇਖ ਕੇ ਜੀਂਦਾ ਫਿਰ ਮਾੜੇ ਤੋਂ ਮਾੜੇ ਕੰਮ ਕਰਦਾ। ਜਦੋਂ ਇਹ ਵੇਖਣਾ ਸ਼ੁਰੂ ਕਰਦੇ ਨਾ ਵੀ ਫਲਾਣੇ ਕੋਲੋਂ ਮਾਇਆ ਬੜੀ, ਮੇਰੇ ਕੋਲੋਂ, ਭਾਵੇਂ ਬੰਦਾ ਸੁਖੀ ਵੀ ਹੋਵੇ, ਹਾਲਾਂਕਿ ਜਿਹਦੇ ਕੋਲੋਂ ਬਹੁਤ ਹੈ ਉਹਦੇ ਨਾਲੋਂ ਜ਼ਿਆਦਾ ਸੁਖੀ ਹੋਵੇ, ਪਰ ਉਹਨੂੰ ਅੰਦਰ ਜਿੱਦਣ ਇਹ ਖਿਆਲ ਪੈਦਾ ਹੋ ਜਾਏ ਨਾ ਵੀ ਮੇਰੇ ਕੋਲੋਂ ਥੋੜੀ ਕਿਉਂ, ਬਸ ਉਦੋਂ ਉਹਦੇ ਜੀਵਨ ਦੀ ਉਲਟੀ ਗਿਣਤੀ ਸ਼ੁਰੂ ਹੋ ਜਾਂਦੀ ਹੈ। ਫਿਰ ਉਹ ਸੌਂਦਾ ਨਹੀਂ ਰਾਤ ਨੂੰ, ਫਿਰ ਉਹ ਕਹਿੰਦਾ ਕੋਈ ਕੰਮ ਮਿਲ ਜਾਏ ਮਾੜੇ ਤੋਂ ਮਾੜਾ ਕਰਨ ਨੂੰ ਤਿਆਰ ਹੈ। ਬਾਬਾ ਜੀ ਕਹਿੰਦੇ ਨੇ ਇਸ ਭਲਿਆ, ਖਾਣ ਲਈ ਤੈਨੂੰ ਰਿਜ਼ਕ ਚਾਹੀਦਾ ਹੈ, ਪਹਿਨਣ ਲਈ ਕੱਪੜਾ ਚਾਹੀਦਾ ਹੈ, ਰਾਤ ਨੂੰ ਆਰਾਮ ਕਰਨ ਲਈ ਇੱਕ ਆਸ਼ੀਆਨਾ ਚਾਹੀਦਾ ਹੈ, ਪਰ ਸੱਚ ਇਹ ਬਾਬਾ ਜੀ ਕਹਿੰਦੇ ਨੇ ਜਿਸ ਦਿਨ ਤੂੰ ਮਰੇਗਾ ਉਸ ਦਿਨ ਤੂੰ ਇੱਕੇ ਪਾਸੇ ਪਿਆ ਰਹਿਣਾ, ਕੀੜਿਆਂ ਨੇ ਤੇਰਾ ਮਾਸ ਖਾ ਜਾਣਾ, ਇੱਟ ਥੱਲੇ ਸਿਰਾਣਾ, ਇੱਟ ਦਾ ਹੋਣਾ ਸਿਰ ਥੱਲੇ। ਕਿਉਂ ਸੰਸਾਰ ਦੇ ਅੰਦਰ ਇੰਨੇ ਫਰੇਬ, ਇੰਨੇ ਮਾੜੇ ਕਰਮ ਕਰਦਾ ਹੈ? ਉਸ ਮਾਲਕ ਅਕਾਲ ਪੁਰਖ ਦੇ ਸ਼ੁਕਰ ਵਿੱਚ ਜੀਆ ਕਰ, ਜੋ ਤੈਨੂੰ ਮਿਲਿਆ ਉਸ ਕਰਤੇ ਦਾ ਸ਼ੁਕਰਾਨਾ ਕਰਿਆ ਕਰ। ਜਿਹਨੂੰ ਬਾਬਾ ਨਾਨਕ ਕਬੀਰ ਸਾਹਿਬ ਕਹਿੰਦੇ ਨੇ ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲੰਗ ਨਿਵਾਰਨ। ਕਿਸੇ ਨੂੰ ਰੱਬ ਨੇ ਰੇਸ਼ਮੀ ਕੱਪੜੇ ਦਿੱਤੇ, ਕਿਸੇ ਨੂੰ ਸੋਹਣੇ ਪਲੰਗ ਦਿੱਤੇ, ਕਾਹੂ ਗਰੀ ਗੋਦੜੀ ਨਹੀਂ, ਕਿਸੇ ਕੋਲੋਂ ਤਨ ਢੱਕਣ ਦੇ ਲਈ ਗਲੀ ਹੋਈ ਗੋਦੜੀ ਵੀ ਨਹੀਂ। ਤੁਸੀਂ ਵੇਖੋ ਕਈ ਬੰਦਿਆਂ ਨੇ ਬੜੇ ਗੰਦੇ ਜਿਹੇ ਕੱਪੜੇ, ਗਹਿਣ ਗਲੇ ਸੜੇ ਕੱਪੜੇ ਪਾਏ ਹੁੰਦੇ ਨੇ ਤਨ ਤੇ। ਬਾਬਾ ਜੀ ਕਹਿੰਦੇ ਨੇ ਕਾਹੂ ਗਰੀ ਗੋਦੜੀ ਨਹੀਂ, ਕਾਹੂ ਖਾਨ ਪਰਾਰਾ। ਖਾਨ ਪਰਾਰਾ ਦਾ ਮਤਲਬ ਹੈ ਰੁੱਖੀ ਸੁੱਖੀ। ਤੇ ਬਾਬਾ ਜੀ ਕੀ ਕਰੀਏ? ਕਹਿਣ ਲੱਗੇ ਇਹ ਰਿਖਵਾਦ ਨਾ ਕੀਜੈ ਰੇ ਮਨ, ਮੇਰੇ ਮਨਾ ਕਿਸੇ ਵੱਲ